ਥਾਇਰਾਇਡ ਐਕਚੁਅਲੀ ਆਪਣੇ ਗਲੇ ਦੇ ਵਿੱਚ ਇੱਕ ਤਿਤਲੀ ਦੇ ਆਕਾਰ ਦਾ ਗ੍ਰੰਥੀ ਹੁੰਦੀ ਹੈ। ਇਸ ਗਲੈਂਡ ਦੇ ਵਿੱਚੋਂ ਥਾਇਰਾਇਡ ਹਾਰਮੋਨ ਬਣਦੇ ਹਨ, ਜਿਨ੍ਹਾਂ ਨੂੰ ਅਸੀਂ T3 T4 ਕਹਿੰਦੇ ਹਾਂ। ਜੇ ਤੁਸੀਂ ਕਦੀ ਥਾਇਰਾਇਡ ਦਾ ਟੈਸਟ ਕਰਾਇਆ ਹੈ, ਤੁਸੀਂ ਦੇਖਿਆ ਹੋਵੇਗਾ ਕਿ ਆਮ ਤੌਰ ਤੇ ਥਾਇਰਾਇਡ ਦੇ ਟੈਸਟ ਵਿੱਚ ਤਿੰਨ ਚੀਜ਼ਾਂ ਟੈਸਟ ਕੀਤੀਆਂ ਜਾਂਦੀਆਂ ਨੇ, TSH, T3 ਤੇ T4। ਜਿਹੜਾ TSH ਹੈ ਉਹ ਹਾਰਮੋਨ ਹੈ ਜਿਹੜਾ ਆਪਣੇ ਬ੍ਰੇਨ ਤੋਂ ਬਣਦਾ ਹੈ, ਔਰ ਇਹ TSH ਹਾਰਮੋਨ ਆਪਣੇ ਥਾਇਰਾਇਡ ਗਲੈਂਡ ਨੂੰ ਸਿਗਨਲ ਦਿੰਦਾ ਹੈ T3 T4 ਬਣਾਉਣ ਲਈ। ਸੋ ਜਦੋਂ ਵੀ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਹੈ ਤਾਂ ਇਹ ਤਿੰਨੋਂ ਹੀ TSH, T3, T4 ਜਿਹੜੇ ਹੈ ਐਬਨੋਰਮਲ ਹੋ ਸਕਦੇ ਹਨ। ਥਾਇਰਾਇਡ ਗਲੈਂਡ ਦਾ ਕੰਮ ਕੀ ਹੈ ਆਪਣੀ ਬਾਡੀ ਦੇ ਵਿੱਚ? ਨਾਰਮਲੀ ਥਾਇਰਾਇਡ ਹਾਰਮੋਨਸ ਜਿਹੜੇ ਹਨ ਇਹ ਆਪਣੇ ਸਾਰੇ ਸਰੀਰ ਦਾ ਮੈਟਾਬੋਲਿਜ਼ਮ ਰੈਗੂਲੇਟ ਕਰਦੇ ਹਨ। ਆਪਣੇ ਸਰੀਰ ਵਿੱਚ ਕਿੰਨੀ એનર્ਜੀ ਮਿਲਦੀ ਹੈ, ਕਿਸ ਮੈਟਾਬੋਲਿਜ਼ਮ ਕਿਸ ਸਪੀਡ ਨਾਲ ਚੱਲਦਾ ਹੈ, ਇਹ ਸਾਰਾ ਥਾਇਰਾਇਡ ਹਾਰਮੋਨਸ ਦੇ ਉੱਪਰ ਡਿਪੈਂਡ ਕਰਦਾ ਹੈ। ਸੋ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਦਿਮਾਗ ਤੋਂ ਲੈ ਕੇ ਆਪਣੇ ਦਿਲ ਦੀ ਧੜਕਨ ਕੰਟਰੋਲ ਕਰਨਾ, ਆਪਣਾ ਸਾਹ ਦੀ ਕੰਟਰੋਲ ਕਰਨਾ, ਪੇਟ ਦੀ ਆਂਤੜੀਆਂ ਦੀ ਮੂਵਮੈਂਟਸ ਕੰਟਰੋਲ ਕਰਨਾ, ਫੀਮੇਲਸ ਦੇ ਵਿੱਚ ਹਾਰਮੋਨਸ ਰੈਗੂਲੇਟ ਕਰਨਾ। ਜੇ ਥਾਇਰਾਇਡ ਦੀ ਹਾਰਮੋਨਸ ਹੈ ਤਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਪਾਂ ਨੂੰ ਆ ਸਕਦੀਆਂ ਹਨ। ਥਾਇਰਾਇਡ ਗਲੈਂਡ ਦੀਆਂ ਕਈ ਤਰ੍ਹਾਂ ਦੀਆਂ ਤਕਲੀਫਾਂ ਹੋ ਸਕਦੀਆਂ ਹਨ। ਇਹਦਾ ਕੰਮ ਕਰਨ ਚ ਪ੍ਰੋਬਲਮ ਹੋ ਸਕਦੀ ਹੈ, ਮਤਲਬ ਇਹ ਨਾਰਮਲ ਨਾਲੋਂ ਘੱਟ ਕੰਮ ਕਰ ਸਕਦਾ ਹੈ, ਜਿਸ ਚ ਆਪਣੇ T3 T4 ਹਾਰਮੋਨ ਘੱਟ ਬਣਦੇ ਹਨ। ਇਸ ਪ੍ਰੋਬਲਮ ਨੂੰ ਅਸੀਂ ਹਾਈਪੋਥਾਇਰਾਇਡਿਜ਼ਮ ਕਹਿੰਦੇ ਹਾਂ, ਤੇ ਇਹ ਨਾਰਮਲ ਨਾਲੋਂ ਜ਼ਿਆਦਾ ਕੰਮ ਵੀ ਕਰ ਸਕਦਾ ਹੈ, ਜਿਸ ਚ T3 T4 ਨਾਰਮਲ ਨਾਲੋਂ ਜ਼ਿਆਦਾ ਬਣਦੇ ਹਨ। ਇਹਨੂੰ ਅਸੀਂ ਹਾਈਪਰਥਾਇਰਾਇਡਿਜ਼ਮ ਕਹਿੰਦੇ ਹਾਂ। ਇਸ ਤੋਂ ਇਲਾਵਾ ਦੋਸਤੋ, ਕਈ ਵਾਰ ਥਾਇਰਾਇਡ ਗਲੈਂਡ ਦੀ ਬਣਾਵਟ ਵਿੱਚ ਪ੍ਰੋਬਲਮ ਹੋ ਸਕਦੀ ਹੈ। ਤੁਸੀਂ ਅਗਰ ਕਈ ਵਾਰ ਆਪਣੇ ਆਸ-ਪਾਸ ਦੇਖਿਆ ਹੋਵੇਗਾ ਕਿ ਕਿਸੇ ਦੇ ਗਲੇ ਦੇ ਵਿੱਚ ਕੋਈ ਗੱਠ ਹੁੰਦੀ ਹੈ ਜਾਂ ਸੋਜਿਸ਼ ਹੁੰਦੀ ਹੈ, ਉਹ ਥਾਇਰਾਇਡ ਗਲੈਂਡ ਕਰਕੇ ਹੋ ਸਕਦੀ ਹੈ। ਕਈ ਵਾਰ ਇਹ ਬਹੁਤ ਛੋਟੀ ਜਿਹੀ ਗੱਠ ਹੋ ਸਕਦੀ ਹੈ, ਪਰ ਕਈ ਵਾਰ ਸਾਰਾ ਥਾਇਰਾਇਡ ਦਾ ਸਾਈਜ਼ ਵੀ ਵੱਡਾ ਹੋ ਸਕਦਾ ਹੈ। ਇਹਨੂੰ ਅਸੀਂ ਗੋਇਟਰ ਕਹਿੰਦੇ ਹਾਂ। ਔਰ ਅੰਤ ਵਿੱਚ ਇੱਕ ਹੋਰ ਪ੍ਰੋਬਲਮ ਹੋ ਸਕਦੀ ਹੈ ਥਾਇਰਾਇਡ ਕੈਂਸਰ। ਇਹ ਗੱਠ ਕਈ ਵਾਰ ਅੱਗੇ ਜਾ ਕੇ ਵੱਧ ਕੇ ਥਾਇਰਾਇਡ ਕੈਂਸਰ ਦਾ ਰੂਪ ਵੀ ਲੈ ਸਕਦੀ ਹੈ, ਔਰ ਇਹਦੇ ਕਰਕੇ ਅਲੱਗ-ਅਲੱਗ ਪ੍ਰੋਬਲਮਸ ਆ ਸਕਦੀਆਂ ਹਨ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਾਈਪੋਥਾਇਰਾਇਡਿਜ਼ਮ ਦੀ, ਕਿਉਂਕਿ ਹਾਈਪੋਥਾਇਰਾਇਡਿਜ਼ਮ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਆਮ ਦੇਖਣ ਨੂੰ ਮਿਲਦਾ ਹੈ। ਇਹ ਸਭ ਤੋਂ ਜ਼ਿਆਦਾ ਕਾਮਨ ਹੈ। ਇਹ ਕਿਸੇ ਵੀ ਉਮਰ 'ਚ ਹੋ ਸਕਦਾ ਹੈ, ਨਵਜਨਮੇ ਬੱਚੇ ਨੂੰ ਵੀ ਹੋ ਸਕਦਾ ਹੈ, ਔਰ ਇਹ ਬੁੜੇ ਬੰਦੇ ਨੂੰ ਵੀ ਹੋ ਸਕਦਾ ਹੈ। ਸੋ ਕਿਸੇ ਵੀ ਉਮਰ 'ਚ ਹੋ ਸਕਦਾ ਹੈ। ਆਮ ਤੌਰ ਤੇ ਇਹ ਥਾਇਰਾਇਡ ਦੀਆਂ ਜਿੰਨੀਆਂ ਪ੍ਰੋਬਲਮਸ ਹੈ ਇਹ ਮਹਿਲਾਵਾਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀਆਂ। ਤੁਸੀਂ ਕਹਿ ਸਕਦੇ ਹੋ ਕਿ ਮਹਿਲਾਵਾਂ ਦੇ ਵਿੱਚ 8 ਤੋਂ 10 ਗੁਣਾ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਤੇ ਹਾਈਪੋਥਾਇਰਾਇਡਿਜ਼ਮ ਦੇ ਲੱਛਣ ਜਿਹੜੇ ਹੋ ਸਕਦੇ ਹਨ, ਇਹਦੇ ਕਰਕੇ ਤੁਹਾਨੂੰ ਨਾਰਮਲੀ, ਕਿਉਂਕਿ ਇਹਦੇ ਕਰਕੇ ਆਪਣਾ ਮੈਟਾਬੋਲਿਜ਼ਮ ਰੈਗੂਲੇਟ ਹੁੰਦਾ ਹੈ ਤਾਂ ਆਪਣੀ ਬਾਡੀ ਦਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ। ਇਹਦੇ ਕਰਕੇ ਤੁਹਾਨੂੰ ਥਕਾਵਟ ਰਹਿਣਾ, ਵਜਨ ਵਧਣਾ, ਭੁੱਖ ਘੱਟ ਲੱਗਣਾ ਪਰ ਉਹਦੇ ਬਾਵਜੂਦ ਵਜਨ ਦਾ ਵਧਣਾ, ਕਬਜ਼ ਹੋ ਸਕਦੀ ਹੈ, ਤੁਹਾਨੂੰ ਕੰਸੈਂਟਰੇਟ ਕਰਨ 'ਚ ਡਿਫਿਕਲਟੀ ਆ ਸਕਦੀ ਹੈ, ਭੁੱਲਣਾ ਸ਼ੁਰੂ ਹੋ ਸਕਦਾ ਹੈ। ਫੀਮੇਲਸ ਦੇ ਵਿੱਚ ਪੀਰੀਅਡਸ ਦੀ ਪ੍ਰੋਬਲਮ ਹੋ ਸਕਦੀ ਹੈ, ਪੀਰੀਅਡਸ ਇਰੈਗੂਲਰ ਹੋ ਸਕਦੇ हैं, कंसीव करने ਚ डिफिकल्टी हो सकती है, अगर कंसीव हो जाए तो मिसकैरेजेस ਦਾ ਚਾਂਸ ਜ਼ਿਆਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਬੋਡੀ ਪੇਨਸ ਜਾਂ ਕ੍ਰੈਂਪਸ ਹੋ ਸਕਦੇ ਹਨ, ਤੁਹਾਨੂੰ ਠੰਡ ਜ਼ਿਆਦਾ ਲੱਗ ਸਕਦੀ ਹੈ। ਸੋ ਇਹ ਸਾਰੇ ਲੱਛਣ ਹੈ ਜਿਨ੍ਹਾਂ ਕਰਕੇ ਹਾਈਪੋਥਾਇਰਾਇਡਿਜ਼ਮ ਅਸੀਂ ਪਹਿਚਾਨਦੇ ਹਾਂ। ਪਰ ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਲੱਛਣ ਤੁਹਾਨੂੰ ਨਾ ਮਹਿਸੂਸ ਹੋਣ, ਜਸਟ ਆਪਾਂ ਰੂਟੀਨ ਰੈਗੂਲਰ ਚੈੱਕਅਪ ਜਦੋਂ ਕਰਾਈਏ ਉਸ 'ਚ ਹੀ ਪਤਾ ਚੱਲੇ ਕਿ ਤੁਹਾਨੂੰ ਥਾਇਰਾਇਡ ਹੈ। ਹਾਈਪਰਥਾਇਰਾਇਡਿਜ਼ਮ ਮਤਲਬ ਜਿਹੜਾ ਥਾਇਰਾਇਡ ਹੈ ਉਹ ਨਾਰਮਲ ਨਾਲੋਂ ਜ਼ਿਆਦਾ ਕੰਮ ਕਰ ਰਿਹਾ ਹੈ, ਤੁਹਾਡੀ ਬਾਡੀ ਦਾ ਮੈਟਾਬੋਲਿਜ਼ਮ ਫਾਸਟ ਹੈ। ਸੋ ਇਸ 'ਚ ਕੀ ਹੋਏਗਾ, ਤੁਹਾਨੂੰ ਭੁੱਖ ਜ਼ਿਆਦਾ ਲੱਗੇਗੀ, ਉਹਦੇ ਬਾਵਜੂਦ ਤੁਹਾਡਾ ਵਜ਼ਨ ਘਟ ਸਕਦਾ ਹੈ, ਤੁਹਾਡੇ ਹੱਥ ਕੰਬ ਸਕਦੇ ਹਨ, ਤੁਹਾਡੀ ਦਿਲ ਦੀ ਧੜਕਨ ਤੇਜ਼ ਮਹਿਸੂਸ ਹੋ ਸਕਦੀ ਹੈ, ਤੁਹਾਨੂੰ ਘਬਰਾਹਟ ਹੋ ਸਕਦੀ ਹੈ, ਇੱਕਦਮ ਪਸੀਨਾ ਆ ਸਕਦਾ ਹੈ, ਲੈਟਰਿਨ ਜ਼ਿਆਦਾ ਲੱਗ ਸਕਦੀਆਂ ਹਨ, ਲੂਜ਼ ਮੋਸ਼ਨਸ ਹੋ ਸਕਦੇ हैं। ਫੀਮੇਲਸ ਦੇ ਵਿੱਚ ਪੀਰੀਅਡਸ ਦੀ ਪ੍ਰੋਬਲਮ ਹੋ ਸਕਦੀਆਂ ਹਨ, ਪੀਰੀਅਡਸ ਇਰੈਗੂਲਰ ਹੋਣਾ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਅੱਖਾਂ ਦੀ ਪ੍ਰੋਬਲਮ ਹੋ ਸਕਦੀ ਹੈ। ਕਈ ਵਾਰ ਇਹ ਹਾਈਪਰਥਾਇਰਾਇਡਿਜ਼ਮ ਅੱਖਾਂ ਤੇ ਅਸਰ ਕਰਦਾ ਹੈ, ਜਿਸ ਕਰਕੇ ਅੱਖਾਂ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਮਹਿਸੂਸ ਹੋ ਸਕਦਾ ਹੈ ਕਿ ਅੱਖਾਂ ਜਿਸ ਤਰ੍ਹਾਂ ਬਾਹਰ ਨੂੰ ਆ ਰਹੀਆਂ ਹਨ, ਜਾਂ ਅੱਖਾਂ 'ਚੋਂ ਪਾਣੀ ਜ਼ਿਆਦਾ ਆਉਣਾ, ਲਾਲੀ ਰਹਿਣਾ ਜਾਂ ਦੋ ਦਿਖਾਈ ਦੇਣਾ। ਕਈ ਵਾਰ ਇਹ ਸਿੰਪਟਮਸ ਵੀ ਹਾਈਪਰਥਾਇਰਾਇਡਿਜ਼ਮ ਦੇ ਕਰਕੇ ਹੋ ਸਕਦੇ ਹਨ। बाल चढ़ना भी एक बड़ा इंपॉर्टेंट सिम्पटम है थायराइड की प्रॉब्लम का, और ये वो दोनों ही हाइपो और हाइपरथायराइडिज्म ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। थायराइड ਦੀ ਪ੍ਰੋਬਲਮ ਹੋਣ ਦੇ ਕਈ ਕਾਰਨ ਹੁੰਦੇ ਹਨ। ਇਹ ਵੀ ਡਿਪੈਂਡ ਕਰਦਾ ਹੈ ਕਿ ਆਪਾਂ ਕਿਸ ਤਰ੍ਹਾਂ ਦੀ ਪ੍ਰੋਬਲਮ ਦੀ ਗੱਲ ਕਰ ਰਹੇ ਹਾਂ। ਹਾਈਪੋਥਾਇਰਾਇਡਿਜ਼ਮ, ਜਿਸ ਥਾਇਰਾइड ਗਲੈਂਡ ਅੰਡਰ ਐਕਟਿਵ ਹੈ, ਉਹ ਆਮ ਤੌਰ ਤੇ
ਅੱਜ ਤੋਂ ਜੇ ਆਪਾਂ ਗੱਲ ਕਰੀਏ 20-25 ਸਾਲ ਪਹਿਲੇ ਤਾਂ ਆਮ ਤੌਰ ਤੇ ਉਹ ਆਇਓਡੀਨ ਦੀ ਕਮੀ ਕਰਕੇ ਹੁੰਦਾ ਸੀ, ਪਰ ਕਿਉਂਕਿ ਹੁਣ ਜ਼ਿਆਦਾਤਰ ਆਪਣੇ ਨਮਕ ਦੇ ਵਿੱਚ ਆਇਓਡੀਨ ਦੀ ਮਾਤਰਾ ਨਾਰਮਲ ਹੋਣ ਕਰਕੇ ਆਇਓਡੀਨ ਦੀ ਕਮੀ ਅੱਜ ਕੱਲ੍ਹ ਘਟ ਗਈ ਹੈ। ਤੇ ਸਭ ਤੋਂ ਕਾਮਨ ਜੋ ਇਹਦਾ ਕਾਰਨ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਹੈ ਆਟੋ ਇਮਿਊਨ ਥਾਇਰੋਇਡ ਡਿਜ਼ੀਜ਼ ਜਾਂ ਹੈਸ਼ੀਮੋਟੋਸ ਥਾਇਰੋਇਡਾਈਟਿਸ। ਇਹਦੇ ਵਿੱਚ ਕੀ ਹੁੰਦਾ ਹੈ ਕਿ ਆਪਣੇ ਥਾਇਰੋਇਡ ਗਲੈਂਡ ਦੇ ਖਿਲਾਫ ਕੁਝ ਐਸੇ ਐਂਟੀਬਾਡੀਜ਼ ਬਣ ਜਾਂਦੇ ਹਨ ਕਿ ਉਹ ਉਹਨੂੰ ਕੰਮ ਪੂਰਾ ਨਹੀਂ ਕਰਨ ਦਿੰਦੇ, ਜਿਸ ਕਰਕੇ ਤੁਹਾਡਾ T3 T4 ਘੱਟ ਬੰਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਕਾਰਨ ਹੋ ਸਕਦੇ ਹਨ। ਕਈ ਵਾਰ ਤੁਹਾਨੂੰ ਥਾਇਰੋਇਡ ਗਲੈਂਡ ਦੀ ਆਪਰੇਸ਼ਨ ਕਰਾਉਣਾ ਪੈ ਸਕਦਾ ਹੈ ਕੱਟ ਕਰਕੇ ਜਾਂ ਕੈਂਸਰ ਕਰਕੇ, ਉਸ ਤੋਂ ਬਾਅਦ ਵੀ ਤੁਹਾਨੂੰ ਹਾਈਪੋਥਾਇਰੋਇਡਿਜ਼ਮ ਹੋ ਸਕਦਾ ਹੈ। ਕਈ ਵਾਰ ਇੱਕ ਆਇਓਡੀਨ ਟ੍ਰੀਟਮੈਂਟ ਅਸੀਂ ਦਿੰਦੇ ਹਾਂ, ਉਹਦੇ ਕਰਕੇ ਵੀ ਤੁਹਾਨੂੰ ਹੋ ਸਕਦਾ ਹੈ। ਕੋਈ ਅਗਰ ਤੁਹਾਨੂੰ ਰੇਡੀਏਸ਼ਨ ਥੈਰੇਪੀ ਮਿਲੀ ਹੈ ਕਿਤੇ ਹੋਰ ਆਸ-ਪਾਸ ਕੋਈ ਕੈਂਸਰ ਜਾਂ ਕਿਸੇ ਕਰਕੇ, ਤਾਂ ਵੀ ਹਾਈਪੋਥਾਇਰੋਇਡਿਜ਼ਮ ਹੋ ਸਕਦਾ ਹੈ। ਕਈ ਵਾਰ ਕੁਝ ਦਵਾਈਆਂ ਕਰਕੇ ਵੀ ਹੋ ਸਕਦਾ ਹੈ, ਜਿਸ ਤਰ੍ਹਾਂ ਹਾਰਟ ਦੀ ਇੱਕ ਦਵਾਈ ਹੈ ਅਮਾਇਓਡਰੋਨ ਜਾਂ ਸਾਈਕੈਟਰੀ ਦੀ ਇੱਕ ਮੈਡੀਸਿਨ ਹੈ ਲਿਥੀਅਮ। ਕਈ ਵਾਰ ਇਹਨਾਂ ਦਵਾਈਆਂ ਕਰਕੇ ਵੀ ਹਾਈਪੋਥਾਇਰੋਇਡਿਜ਼ਮ ਹੋ ਸਕਦਾ ਹੈ। ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਲੱਛਣ ਮਹਿਸੂਸ ਹੁੰਦੇ ਹਨ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਗਲੇ ਦੇ ਵਿੱਚ ਕੋਈ ਗੱਠ ਹੈ ਜਾਂ ਸੋਜਿਸ਼ ਹੈ, ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਔਰ ਆਪਣੇ ਟੈਸਟ ਕਰਾਉਣੇ ਚਾਹੀਦੇ ਹਨ। ਆਮ ਤੌਰ ਤੇ ਆਪਾਂ ਬਲੱਡ ਟੈਸਟ ਕਰਵਾਉਂਦੇ ਹਾਂ, TSH, FT3, FT4, ਔਰ ਕਈ ਵਾਰ ਅਗਰ ਗੱਠ ਹੈ ਤਾਂ ਅਸੀਂ ਅਲਟਰਾਸਾਊਂਡ ਜਾਂ ਉਸ ਚੋਂ FNAC ਦਾ ਟੈਸਟ, ਜਿਸ ਚੋਂ ਕਿ ਅਸੀਂ ਸੂਈ ਦੇ ਨਾਲ ਕੁਝ ਪਾਣੀ ਲੈ ਕੇ ਟੈਸਟ ਕਰਦੇ ਹਾਂ ਕਿ ਉਹ ਕੈਂਸਰ ਤਾਂ ਨਹੀਂ ਹੈ। ਸੋ ਅਗਰ ਤੁਹਾਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਤਾਂ ਇਹਦਾ ਇਲਾਜ ਕੀ ਹੈ ਔਰ ਕੀ ਆਪਾਂ ਇਹਨੂੰ ਆਉਣ ਤੋਂ ਰੋਕ ਸਕਦੇ ਹਾਂ। ਅਗਰ ਆਪਾਂ ਇਲਾਜ ਦੀ ਗੱਲ ਕਰੀਏ ਤਾਂ ਉਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕੀ ਪ੍ਰੋਬਲਮ ਹੈ। ਅਗਰ ਤੁਹਾਨੂੰ ਹਾਈਪੋਥਾਇਰੋਇਡਿਜ਼ਮ ਹੈ ਤਾਂ ਉਹਦਾ ਇਲਾਜ ਅਸੀਂ ਥਾਇਰਾਇਡ ਹਾਰਮੋਨ ਦੀ ਮੈਡੀਸਿਨ ਦਿੰਦੇ ਹਾਂ, ਟੈਬਲੇਟ, ਜੋ ਕਿ ਖਾਲੀ ਪੇਟ ਦਿੱਤੀ ਜਾਂਦੀ ਹੈ। ਉਹਦੀ ਡੋਜ਼ ਡਿਪੈਂਡ ਕਰਦੀ ਹੈ ਤੁਹਾਡੀ ਰਿਪੋਰਟ ਦੇ ਉੱਪਰ, ਔਰ ਉਹ ਤੁਹਾਡੇ ਡਾਕਟਰ, ਤੁਸੀਂ ਆਪਣੇ ਡਾਕਟਰ ਦੀ ਸਲਾਹ ਨਾਲ ਹੀ ਐਡਜਸਟ ਕਰਿਓ। ਪਰ ਜੇ ਤੁਹਾਨੂੰ ਤੁਹਾਡੇ ਡਾਕਟਰ ਨੇ ਥਾਇਰਾਇਡ ਦੀ ਮੈਡੀਸਿਨ ਸੁਜੈਸਟ ਕੀਤੀ ਹੈ ਤਾਂ ਤੁਸੀਂ ਉਹਨੂੰ ਬਿਨਾਂ ਭੁੱਲੇ ਡੇਲੀ ਰੈਗੂਲਰ ਲੈਣਾ ਬਹੁਤ ਜ਼ਰੂਰੀ ਹੈ, ਖਾਲੀ ਪੇਟ ਲੈਣਾ ਜ਼ਰੂਰੀ ਹੈ, ਔਰ ਟਾਈਮ ਟੂ ਟਾਈਮ ਆਪਣੀ ਡਾਕਟਰ ਦੀ ਸਲਾਹ ਦੇ ਅਨੁਸਾਰ ਉਹਨੂੰ ਬਾਰ-ਬਾਰ ਚੈੱਕ ਕਰਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਤੇ ਜੇ ਤੁਹਾਨੂੰ ਹਾਈਪਰਥਾਇਰੋਇਡਿਜ਼ਮ ਹੈ ਤਾਂ ਹਾਈਪਰਥਾਇਰੋਇਡਿਜ਼ਮ ਦਾ ਜਿਹੜਾ ਇਲਾਜ ਹੈ ਉਹ ਅਲੱਗ-ਅਲੱਗ ਹੋ ਸਕਦਾ ਹੈ। ਕਈ ਵਾਰ ਇਸ 'ਚ ਅਸੀਂ ਗੋਲੀਆਂ ਦਿੰਦੇ ਹਾਂ ਇਹਨੂੰ ਠੀਕ ਕਰਨ ਲਈ, ਇਹਦੇ ਵਿੱਚ ਆਪਰੇਸ਼ਨ ਦੀ ਸਲਾਹ ਵੀ ਦੇ ਸਕਦੇ ਹਾਂ, ਜਾਂ ਕਈ ਵਾਰ ਇੱਕ ਹੋਰ ਤੀਜੀ ਤਰ੍ਹਾਂ ਦਾ ਇਲਾਜ ਹੁੰਦਾ ਹੈ ਜਿਹਨੂੰ ਅਸੀਂ ਰੇਡੀਓ ਆਇਓਡੀਨ ਕਹਿੰਦੇ ਹਾਂ। ਇਹ ਰੇਡੀਓ ਆਇਓਡੀਨ ਇਲਾਜ ਵੀ ਕਈ ਵਾਰ ਅਸੀਂ ਹਾਈਪਰਥਾਇਰੋਇਡਿਜ਼ਮ ਦੇ ਵਿੱਚ ਸੁਜੈਸਟ ਕਰਦੇ ਹਾਂ। ਸੋ ਜੇ ਤੁਹਾਨੂੰ ਹਾਈਪਰਥਾਇਰੋਇਡਿਜ਼ਮ ਹੈ ਤਾਂ ਤੁਹਾਨੂੰ ਐਕਸਪਰਟ ਨੂੰ ਮਿਲਣਾ ਬਹੁਤ ਜ਼ਰੂਰੀ ਹੈ, ਔਰ ਉਹਨਾਂ ਦੀ ਸਲਾਹ ਦੇ ਅਨੁਸਾਰ ਹੀ ਤੁਸੀਂ ਇਹ ਡਿਸਾਈਡ ਕਰੋ ਕਿ ਤੁਹਾਨੂੰ ਇਹਨਾਂ ਤਿੰਨਾਂ ਚੋਂ ਕਿਹੜਾ ਇਲਾਜ ਕਰਵਾਉਣਾ ਹੈ। ਔਰ ਅਗਰ ਤੁਹਾਨੂੰ ਗਲੇ 'ਚ ਕੋਈ ਗੱਠ ਹੈ ਜਾਂ ਥਾਇਰਾਇਡ ਕੈਂਸਰ ਹੈ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਥਾਇਰਾਇਡ ਦਾ ਆਪਰੇਸ਼ਨ ਕਰਾਉਣਾ, ਔਰ ਉਸ ਤੋਂ ਬਾਅਦ ਬਾਇਓਪਸੀ ਦੀ ਰਿਪੋਰਟ ਦੇ ਅਕੋਰਡਿੰਗ ਅਸੀਂ ਅੱਗੇ ਦਾ ਇਲਾਜ ਜਿਹੜਾ ਹੈ ਉਹ ਡਿਸਾਈਡ ਕਰਦੇ ਹਾਂ। ਕਈ ਲੋਕ ਪੁੱਛਦੇ ਹਨ ਕਿ ਕੀ ਅਸੀਂ ਥਾਇਰਾਇਡ ਦੀ ਪ੍ਰੋਬਲਮ ਨੂੰ ਆਉਣ ਤੋਂ ਰੋਕ ਸਕਦੇ ਹਾਂ। ਜਿਸ ਤਰ੍ਹਾਂ ਕਈ ਵਾਰ ਕਈਆਂ ਦੀ ਫੈਮਿਲੀ ਹਿਸਟਰੀ ਹੁੰਦੀ ਹੈ ਕਿ ਮਦਰ ਫਾਦਰ ਨੂੰ ਹੈ ਜਾਂ ਬ੍ਰਦਰ ਸਿਸਟਰ ਕਿਸੇ ਨੂੰ ਥਾਇਰਾਇਡ ਹੈ, ਕਿ ਅਸੀਂ ਆਉਣ ਤੋਂ ਰੋਕ ਸਕਦੇ ਹਾਂ। ਸੋ ਉਹਦਾ ਜਵਾਬ ਹੈ ਕਿ ਨਹੀਂ, ਇਹ ਆਉਣ ਤੋਂ ਅਸੀਂ ਨਹੀਂ ਰੋਕ ਸਕਦੇ। ਪਰ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਥਾਇਰਾਇਡ ਦੀ ਪ੍ਰੋਬਲਮ ਹੋਣ ਦਾ ਰਿਸਕ ਜ਼ਿਆਦਾ ਹੈ ਤਾਂ ਅਸੀਂ ਆਪਣਾ ਟਾਈਮ ਟੂ ਟਾਈਮ ਇਹਦਾ ਚੈੱਕਅਪ ਟੈਸਟ ਕਰਾ ਸਕਦੇ ਹਾਂ ਔਰ ਇਹਨੂੰ ਛੇਤੀ ਫੜ ਕੇ ਇਹਦਾ ਛੇਤੀ ਟ੍ਰੀਟਮੈਂਟ ਸ਼ੁਰੂ ਕਰ ਸਕਦੇ ਹਾਂ। ਆਮ ਤੌਰ ਤੇ ਥਾਇਰਾਇਡ ਦੇ ਵਿੱਚ ਕੋਈ ਸਪੈਸ਼ਲ ਡਾਈਟ ਦੀ ਸਲਾਹ ਅਸੀਂ ਨਹੀਂ ਦਿੰਦੇ। ਇਸ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਤੁਸੀਂ ਨਾਰਮਲ ਪਰਸਨ ਦੀ ਤਰ੍ਹਾਂ ਇੱਕ ਹੈਲਦੀ ਬੈਲੈਂਸ ਡਾਈਟ ਲਓ। ਆਪਣੀ ਡਾਈਟ ਸਾਰਾ ਕੁਝ ਇਨਕਲੂਡ ਕਰੋ, ਫਰੂਟਸ, ਵੈਜੀਟੇਬਲਸ, ਮਿਲਕ ਪ੍ਰੋਡਕਟਸ, ਦਾਲਾਂ, ਸਭ ਕੁਝ, ਸੀਰੀਅਲਸ, ਸਭ ਕੁਝ ਆਪਣੀ ਡਾਈਟ ਦੇ ਵਿੱਚ ਬੈਲੈਂਸਡ ਫਾਰਮ ਦੇ ਵਿੱਚ ਇਨਕਲੂਡ ਕਰੋ। ਅਗਰ ਤੁਹਾਨੂੰ ਹਾਈਪੋਥਾਇਰੋਇਡਿਜ਼ਮ ਹੈ ਤਾਂ ਸਭ ਤੋਂ ਕਾਮਨ ਇਹਦਾ ਕਾਰਨ ਜਿਹੜਾ ਹੈ ਉਹ ਹੈ ਆਟੋ ਇਮਿਊਨ ਥਾਇਰੋਇਡ ਡਿਜ਼ੀਜ਼, ਔਰ ਇਹਦੇ ਵਿੱਚ ਡਾਈਟ ਦਾ ਕੋਈ ਕੰਮ ਨਹੀਂ ਹੈ। ਸਿਰਫ ਜਿਹੜੇ ਹਿੱਸੇ, ਅਗਰ ਤੁਸੀਂ ਕਿਸੇ ਐਸੇ ਹਿੱਸੇ 'ਚ ਰਹਿੰਦੇ ਹੋ ਜਿੱਥੇ ਆਇਓਡੀਨ ਦੀ ਕਮੀ ਹੈ, ਆਪਣੀ ਸੋਇਲ ਦੇ ਵਿੱਚ ਆਇਓਡੀਨ ਦੀ ਕਮੀ ਹੈ, ਤੇ ਤੁਸੀਂ ਆਇਓਡਾਈਜ਼ਡ ਸਾਲਟ ਦਾ ਇਸਤੇਮਾਲ ਨਹੀਂ ਕਰ ਰਹੇ, ਤੁਸੀਂ ਰੌਕ ਸਾਲਟ ਦਾ ਯੂਜ਼ ਕਰ ਰਹੇ ਹੋ, ਤਾਂ ਤੁਹਾਡੇ ਵਿੱਚ ਆਇਓਡੀਨ ਦੀ ਕਮੀ ਹੋ ਸਕਦੀ ਹੈ। ਤੇ ਉਸ ਕੇਸ 'ਚ ਤੁਸੀਂ ਆਇਓਡੀਨ ਦੀ ਮਾਤਰਾ ਆਪਣੀ ਵਧਾ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਨਾਰਮਲ ਆਇਓਡਾਈਜ਼ਡ ਸਾਲਟ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਵੀ ਐਕਸਟਰਾ ਆਇਓਡੀਨ ਲੈਣ ਦੀ ਲੋੜ ਨਹੀਂ ਹੈ। ਸੋ ਇਸ ਤੋਂ ਇਲਾਵਾ ਦੋਸਤੋ, ਕੁਝ ਐਸੇ ਤੁਹਾਨੂੰ ਕੁਝ ਲੋਕਾਂ ਦੇ ਵਿੱਚ ਮਿਥਕ ਹੁੰਦੇ ਹਨ ਕਿ ਕੁਝ ਤਰ੍ਹਾਂ ਦੇ ਫੂਡਸ ਜਿਹੜੇ ਹੈ ਉਹ ਥਾਇਰਾਇਡ ਦੇ ਵਿੱਚ ਨਹੀਂ ਲੈਣੇ ਚਾਹੀਦੇ। ਜਿਹੜੇ ਸਭ ਤੋਂ ਕਾਮਨ ਮਿਥਕ ਹਨ, ਸਭ ਤੋਂ ਜ਼ਿਆਦਾ ਜਿਹੜੇ ਲੋਕ ਪੁੱਛਦੇ ਹਨ ਉਹ ਹੈ
ਕਿ ਬ੍ਰਾਸਿਕਾ ਫੈਮਿਲੀ ਦੇ ਵੈਜੀਟੇਬਲਸ ਹੈ, ਜਿੱਦਾਂ ਬ੍ਰੋਕਲੀ, ਆਪਣਾ ਗੋਭੀ, ਪੱਤਾ ਗੋਭੀ, ਇਸ ਤਰ੍ਹਾਂ ਦੇ ਜਿਹੜੇ ਵੈਜੀਟੇਬਲਸ ਹੈ ਉਹਨਾਂ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। ਇਹਨਾਂ ਜਿਹੜੀ ਵੈਜੀਟੇਬਲਸ ਹੈ ਇਹਨਾਂ ਦੇ ਵਿੱਚ ਇੱਕ ਕੈਮੀਕਲ ਹੁੰਦਾ ਹੈ ਜਿਹਦੇ ਕਰਕੇ ਆਪਣਾ ਥਾਇਰਾਇਡ ਹਾਰਮੋਨ ਜਿਹੜਾ ਹੈ ਉਹਦਾ ਬਣਨਾ ਥੋੜਾ ਜਿਹਾ ਘਟ ਸਕਦਾ ਹੈ। ਉਹ ਵਾਲਾ ਇਫੈਕਟ ਆਉਣ ਦੇ ਲਈ ਤੁਹਾਨੂੰ ਇਹ ਜਿਹੜੀ ਵੈਜੀਟੇਬਲਸ ਹੈ ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੈਣੀਆਂ ਪੈਣਗੀਆਂ, ਤਾਂ ਹੀ ਉਹ ਸਿਚੁਏਸ਼ਨ ਆਏਗੀ। ਔਰ ਦੂਸਰੀ ਗੱਲ, ਅਗਰ ਤੁਸੀਂ ਇਹਨਾਂ ਵੈਜੀਟੇਬਲਸ ਨੂੰ ਪਕਾ ਕੇ ਲੈ ਰਹੇ ਹੋ ਤਾਂ ਉਹ ਜਿਹੜਾ ਕੈਮੀਕਲ ਹੈ ਉਹ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ, ਤਾਂ ਉਹ ਇਫੈਕਟ ਬਿਲਕੁਲ ਨਹੀਂ ਆਉਂਦਾ। ਸੋ ਅਗਰ ਤੁਸੀਂ ਇਹ ਵੈਜੀਟੇਬਲਸ ਪਕਾ ਕੇ ਲੈ ਰਹੇ ਹੋ ਤੇ ਦੂਸਰਾ ਬਹੁਤ ਜ਼ਿਆਦਾ ਫ੍ਰੀਕੁਐਂਟਲੀ ਨਹੀਂ ਲੈ ਰਹੇ, ਇਵਨ ਕੱਚੀਆਂ ਵੀ ਤੁਸੀਂ ਲੈ ਸਕਦੇ ਹੋ, ਜਿਸ ਤਰ੍ਹਾਂ ਕਦੀ 버ਗਰ 'ਚ ਪਾ ਕੇ ਲੈਣੀ ਹੈ ਜਾਂ ਸੈਲਡ ਦੀ ਤਰ੍ਹਾਂ ਲੈਣੀ ਹੈ, ਉਹਦੀ ਫ੍ਰੀਕੁਐਂਸੀ ਕੁਆਂਟੀਟੀ ਘੱਟ ਰੱਖੋ ਤਾਂ ਤੁਸੀਂ ਇਹ ਸਾਰੀਆਂ ਵੈਜੀਟੇਬਲਸ ਲੈ ਸਕਦੇ ਹੋ। ਸੋ ਇਸ ਤੋਂ ਇਲਾਵਾ ਕੁਝ ਫੂਡਸ ਹਨ ਜਿਸ ਤਰ੍ਹਾਂ ਸੋਇਆਬੀਨ ਦੇ ਪ੍ਰੋਡਕਟਸ ਹੈਗੇ ਹੈ, ਜਿੱਦਾਂ ਸੋਇਆ ਮਿਲਕ ਹੋ ਗਿਆ, ਟੋਫੂ ਹੋ ਗਿਆ, ਜਿਨ੍ਹਾਂ ਚੀਜ਼ਾਂ 'ਚ ਵੀ ਸੋਇਆ ਪਾਇਆ ਜਾਂਦਾ ਹੈ, ਇਹਨਾਂ ਨਾਲ ਇਹਦੇ ਵਿੱਚ ਵੀ ਕਈ ਵਾਰੀ ਕੈਮੀਕਲ ਹੁੰਦਾ ਹੈ ਜਿਹਦੇ ਕਰਕੇ ਕੁਝ ਲੋਕਾਂ 'ਚ ਜਿਨ੍ਹਾਂ ਨੂੰ ਆਲਰੇਡੀ ਥਾਇਰਾਇਡ ਬਾਰਡਰ ਤੇ ਹੈ ਜਾਂ ਆਇਓਡੀਨ ਦੀ ਥੋੜੀ ਕਮੀ ਹੈ ਉਹਨਾਂ ਦੇ ਵਿੱਚ ਹਾਈਪੋਥਾਇਰਾਇਡਿਜ਼ਮ ਹੋ ਸਕਦਾ ਹੈ। ਓਵਰਆਲ ਮੈਂ ਇਹੀ ਕਹੂੰਗੀ ਕਿ ਅਗਰ ਤੁਹਾਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਤਾਂ ਤੁਹਾਨੂੰ ਕੋਈ ਸਪੈਸ਼ਲ ਡਾਈਟ ਦੀ ਜ਼ਰੂਰਤ ਨਹੀਂ ਹੈ, ਤੁਸੀਂ ਜਨਰਲ ਹੈਲਦੀ ਔਰ ਬੈਲੈਂਸ ਡਾਈਟ ਖਾਓ ਤਾਂ ਤੁਸੀਂ ਸਭ ਕੁਝ ਲੈ ਸਕਦੇ ਹੋ।